ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। हे प्राणनाथ गोबिंद है कृपा निधान जगद गुरु। हे संसार ताप हरण करुणा मैं सब दुख हरो। हे शरण जोग दयाल दीनानाथ मया करो। शरीर स्वस्थ क्षीण समय सिमरंत नानक राम दामोदर माधवे। अगम अगोचर सच साहिब मेरा नानक बोले बोलाया तेरा। परम सम्मानयोग गुरु रूप गुरु सवारी साध संगत जी, आओ फतेह दी सांझ करिए। वाहिगुरु जी का खालसा वाहिगुरु जी की फतेह। आप सब वडभागे हो जो सतगुरां ने ये मनुखा जन्म बख्शिया है। ये मनुखा जन्म की कितनी महिमा है, कितनी उस्तति है। साहिब कहते ने गुर सेवा ते भगत कमाई तब यह मानस देही पाई। इस देही को सिमरह देव सो देही पज हर की सेव। होर ते होर महाराज कहते ने मानस जन्म दुलंभ गुरमुख पाया मन तन होए चुलंभ जे सतगुर पाया। ये मानस जन्म दुर्लभ है। इसनूं 84 लाख जूना का सिरमौर जून मनी गई है। क्यों? क्योंकि इस कोल सूझ है, इस कोल समझ है। ये अपने भावनावां नूं संपूर्ण तौर पर व्यक्त करने की क्षमता रखता है। हुण एक चीज़ इत्थे विचारण वाली है, जेकर मनुखा जन्म की इतनी महिमा है तो उहदे आण पिछे कोई ना कोई कारण भी होवेगा। जिवें एक बूंद है, बूंद का एक लक्ष्य हैगा कि मैं सागर विच लीन होना हैगा, सागर का रूप होना हैगा। बूंद की यात्रा की है? सागर विच लीन हो जाना। ते असी जीव आत्मा साड़ी की यात्रा हैगी आ। क्योंकि अज का जो विषय है श्री गुरु ग्रंथ साहिब जी एक संपूर्ण जीवन जुगत। जुगती असी उदों ही यूज़ करते हाँ, उदों ही असी वरतते हाँ जदों सानू साडे लक्ष्य का पता होवे। जिवें कोई अध्यापक है, वो कोई विषा पढ़ा रहा, कोई सबक पढ़ा रहा जिहड़ा थोड़ा कठिन है, तो विद्यार्थियों नूं कुछ जुगतियां दिंदा हैगा उस सबक नूं याद करन लई। वो सबक उहदे जीवन का हिस्सा बन जाए, कुछ वो जुगतियां दिंदा हैगा। सो जेकर असी जीवन की जुगती लैनी हैगी आ तो सानू पहलों पता करना पएगा कि साडे जीवन का मनोरथ की है, साडे जीवन का लक्ष्य की है, साडे जीवन का उद्देश्य की है। हुण इस बाबत साहिब कहते ने भई प्रापत मानुख दे हुरिया गोबिंद मिलन की यह तेरी बरिया। यही है तेरा उद्देश्य, यही है तेरा लक्ष्य। ऐसे करके ही तैनूं मनुखा जन्म मिलिया। आद काल तो
ਜਿਹੜੇ ਮਨੁੱਖ ਸੀ ਉਹਨਾਂ ਨੇ ਸੋਚਿਆ ਕਿ ਬਈ ਸਾਡਾ ਜੀਵਨ ਦਾ ਲਕਸ਼ ਕੀ ਹੋ ਸਕਦਾ ਹੈਗਾ। ਇਹ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਨਾ, ਪਰ ਜੇਕਰ ਅਸੀਂ ਆਦਿ ਕਾਲ ਵਿੱਚ ਜਾਈਏ ਤਾਂ ਉਦੋਂ ਪਹਿਲਾਂ ਕੀ ਸਮਝਿਆ ਜਾਂਦਾ ਸੀ ਕਿ ਬਈ ਰੋਟੀਆਂ ਕਮਾ ਲੈਣਾ, ਭੋਜਨ ਕਮਾ ਲੈਣਾ, ਇਹੀ ਜੀਵਨ ਦਾ ਆਦਰਸ਼ ਹੈ। ਤੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਅੱਜ ਦੇ ਸਮੇਂ ਵਿੱਚ ਵੀ, ਇਸ ਸਮੇਂ ਵੀ ਬਹੁਤ ਸਾਰੇ ਲੋਕ ਇਹੀ ਸਮਝ ਰਿਹਾ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੈ, ਰੋਟੀਆਂ ਕਮਾਉਣਾ। ਜਿਸ ਨੂੰ ਵੀ ਪੁੱਛੋ ਕਿੱਥੇ ਜਾ ਰਿਹਾ, ਰੋਟੀ ਕਮਾਉਣ ਜਾ ਰਿਹਾ। ਇਹ ਕੋਈ ਨਹੀਂ ਕਹੇਗਾ ਮੈਂ ਪਾਣੀ ਕਮਾਉਣ ਜਾ ਰਿਹਾ, ਮੈਂ ਰੋਟੀ ਕਮਾਉਣ ਜਾ ਰਿਹਾ। ਕਿਉਂ? ਕਿਉਂਕਿ ਰੋਟੀਆਂ ਦੀ ਬਰਸਾਤ ਨਹੀਂ ਹੁੰਦੀ, ਪਾਣੀ ਦੀ ਬਰਸਾਤ ਹੁੰਦੀ ਆ। ਠੀਕ ਹੈ, ਭੋਜਨ ਤਨ ਦੇ ਤਲ ਤੇ ਚਾਹੀਦਾ ਹੈ, ਭੋਜਨ ਧਨ ਦੀ ਇੱਕ ਰਿਕੁਆਇਰਮੈਂਟ ਹੈ, ਭੋਜਨ ਤਨ ਦੀ ਇੱਕ ਜ਼ਰੂਰਤ ਹੈ, ਪਰ ਇੱਥੇ ਹੀ ਬਸ ਨਹੀਂ ਹੈ। ਜਿਹੜੇ ਜਿਹੜੇ ਮਨੁੱਖਾਂ ਨੇ ਥੋੜ੍ਹਾ ਹੋਰ ਗਹਿਰਾ ਜਾਣਾ ਸ਼ੁਰੂ ਕੀਤਾ, ਤਨ ਤੋਂ ਥੱਲੇ ਮਨ ਦੇ ਤਲ ਤੇ ਗਏ, ਤਾਂ ਕੀ ਹੋਇਆ? ਜਦੋਂ ਉਹ ਮਨੁੱਖ ਮਨ ਦੇ ਤਲ ਤੇ ਪਹੁੰਚੇ, ਉਹਨਾਂ ਨੇ ਇਹ ਸੋਚਣਾ ਸ਼ੁਰੂ ਕਰਤਾ ਕਿ ਬਈ ਜੀਵਨ ਦੀ ਜਿਹੜੀ ਸਾਡੀ ਆਯੂ ਹੈ ਉਹੀ ਲੰਬੀ ਕਰ ਲਈਏ, ਵੱਧ ਤੋਂ ਵੱਧ ਇਹ ਜੀਵਨ ਭੋਗੀਏ। ਇਹੀ ਲਕਸ਼ ਹੈਗਾ। ਹੁਣ ਇੱਕ ਇਹਦੇ ਵਿੱਚ ਅਸੀਂ ਇਤਿਹਾਸ ਵੀ ਜੇਕਰ ਵੇਖੀਏ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਜਦੋਂ ਮਹਾਰਾਜ ਸੁਮੇਰ ਪਰਬਤ 'ਤੇ ਸਿੱਧਾਂ ਨਾਲ ਗੋਸ਼ਟ ਕਰਦੇ ਹੈਗੇ ਆ, ਹੈਰਾਨੀ ਵਾਲੀ ਗੱਲ ਹੈ, ਸੁਮੇਰ ਪਰਬਤ ਦੇ ਜਿਹੜੇ ਸਿੱਧ ਸੀ, ਜਿਹੜੇ ਯੋਗੀ ਸੀ, ਇੰਨੀ ਸਾਧਨਾ ਕੀਤੀ, ਇੰਨੀ ਤਪੱਸਿਆ ਕੀਤੀ, ਜੀਵਨ ਦਾ ਮਨੋਰਥ ਕੀ ਰੱਖਿਆ ਕਿ ਬਈ ਮੈਂ ਆਪਣੀ ਜੀਵਨ ਦੀ ਆਯੂ ਲੰਬੀ ਕਰ ਲਵਾਂ। ਉਸ ਸਮੇਂ ਜਿਹੜਾ ਉਹਨਾਂ ਦਾ ਸਿਰਮੌਰ ਸੀ, ਜਿਹੜਾ ਮੁਖੀ ਸੀ ਭਰਥਰੀ, ਉਹ ਵੀ ਇਹ ਬਿਆਨ ਕਰਦਾ ਹੈਗਾ, ਜਾਚ ਜਾਚ ਕੇ ਆਹਾਰ, ਨਾਹੇ ਸੋਪੇ ਸਵਾਦ ਆਰ, ਲਾਜ ਭੂਖ ਕੇ ਸਵਾਰ, ਭੂਖ ਤਾਪ ਕੋ ਆਹਾਰ, ਸੈਨ ਭੂਮ ਪੈ ਬਨੋ, ਨਾ ਸਾਖ ਸੈਨ ਕੋ ਗਨੋ, ਸਰੀਰ ਮਾਤਰ ਪੋਖਨੋ, ਨਾ ਜੋ ਬਨੋ ਸੁਪੈਦਵਾਰ, ਖੀਨ ਚੀਰ ਗੋਦਰੀ, ਅਨੇਕ ਲੀਰ ਸੋ ਕਰੀ, ਕਰੀ ਉਜਾਰ ਚੌਪੜੀ, ਅਧੈਨ ਗ੍ਰੰਥ ਵਾਰ ਵਾਰ। ਇਹ ਸਾਰੀਆਂ ਸਾਧਨਾਵਾਂ ਕੀਤੀਆਂ ਸਿੱਧਾਂ ਨੇ। ਘਰ ਬਾਹਰ ਛੱਡ ਦੇਣਾ, ਉਜਾੜ ਵਿੱਚ ਰਹਿਣਾ, ਭੁੱਖੇ ਰਹਿਣਾ, ਦਿਨ ਵਿੱਚ ਸਿਰਫ ਇੱਕੋ ਸਮੇਂ ਖਾਣਾ, ਜੋ ਉਹਨਾਂ ਦੇ ਗੋਰਖ ਨੇ ਕਿਹਾ ਸੀ ਕਿ ਬਈ ਦਿਨ 'ਚ ਸਿਰਫ ਇੱਕੋ ਵਾਰੀ ਖਾਣਾ, ਉਹ ਵੀ ਮੰਗ ਕੇ ਖਾਣਾ, ਮੰਗਣਾ ਹੈਗਾ। ਹੁਣ ਮੰਗ ਕੇ ਲਿਆਓਗੇ ਭੋਜਨ ਤਾਂ ਉਹ ਸਵਾਦ ਵੀ ਨਹੀਂ ਹੁੰਦਾ ਸੀ, ਕਿਉਂਕਿ ਲੋਕ ਬਚਿਆ ਖੁਚਿਆ ਦੇ ਦਿੰਦੇ ਸੀ। ਸੋ ਉਹ ਸਵਾਦਲਾ ਵੀ ਭੋਜਨ ਨਹੀਂ। ਸੋਣਾ ਕਿੱਥੇ ਹੈ? ਭੂਮੀ ਤੇ ਸੋਣਾ ਹੈ, ਨਾ ਥੱਲੇ ਕੁਛ ਵਿਛਾਣਾ, ਨਾ ਉੱਪਰ ਕੁਛ ਵਿਛਾਣਾ ਹੈਗਾ। ਮਸਾਂ ਸਰੀਰ ਦੀ ਪਾਲਣਾ ਕਰਨੀ ਹੈਗੀ ਆ। ਤੇ ਇੰਨੀ ਸਾਧਨਾ ਕੀਤੀ ਕਿ ਬਈ ਜਵਾਨੀ ਦੀ ਉਮਰ ਤੋਂ ਲੈ ਕੇ ਉਹ ਕਹਿੰਦਾ ਮੇਰੇ ਕੇਸ ਸਾਰੇ ਚਿੱਟੇ ਹੋ ਗਏ, ਇੰਨੀ ਉਮਰ ਭੋਗ ਲਈ, ਪਰ ਕੀ ਹੋਇਆ? ਮੈਨੂੰ ਮਨ ਦੀ ਸ਼ਾਂਤੀ ਮਿਲੀ? ਨਹੀਂ ਮਿਲੀ। ਮੈਨੂੰ ਆਨੰਦ ਪ੍ਰਾਪਤ ਹੋ ਗਿਆ? ਮੈਨੂੰ ਸਦੀਵੀ ਖੁਸ਼ੀ ਮਿਲ ਗਈ? ਨਹੀਂ ਮਿਲੀ। ਕਿਉਂ ਨਹੀਂ ਮਿਲੀ? ਕਿਉਂਕਿ ਜੀਵਨ ਦਾ ਲਕਸ਼ ਕੀ ਰੱਖ ਲਿਆ ਕਿ ਵੀ ਮੈਂ ਜੀਵਨ ਨੂੰ ਲੰਬਾ ਕਰਨਾ ਹੈਗਾ। ਉਹ ਆਪ ਕਬੂਲ ਕਰ ਰਿਹਾ ਹੈ, ਹਾਏ ਹਾਏ ਭੋਗ ਚਾਹੇ ਨਾਹੇ ਮੈਂ ਤਜੇ, ਅਜੇ ਮੋਰ ਚਿੱਤ ਬੈਲ ਕੋ ਸਵਾਰ, ਬੈਲ ਕੇ ਸਵਾਰ। ਇਹ ਵਿਰਾਗ ਸ਼ਤਕ ਗ੍ਰੰਥ ਹੈ ਭਰਤਰੀ ਜੀ ਦਾ, ਜਿਸ ਵਿੱਚ ਉਸਨੇ ਕਬੂਲ ਕੀਤਾ ਕਿ ਕੀ ਹਾਲਤ ਹੋ ਗਈ ਹੈ। ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੀ ਜ਼ਿਆਦਾ ਮਿਹਨਤ ਕਰੇ, ਬਹੁਤ ਜ਼ਿਆਦਾ ਤਪੱਸਿਆ ਕਰੇ, ਤਾਂ ਸ਼ਾਮ ਤੱਕ ਉਹਦੀ ਹਾਏ ਹੋ ਜਾਂਦੀ ਹੈ। ਤੇ ਐ ਤੇ ਕਿੰਨੀ ਉਮਰ ਲੰਘਾਤੀ ਤੇ ਉਹਦੀ ਨਹੀਂ ਹੋਏਗੀ। ਵੇਖੋ ਮਹਾਰਾਜ ਨੇ ਤਰਸ ਖਾਦਾ ਤੇ ਭਰਤਰੀ ਦੇ ਪ੍ਰਥਾਏ 3 ਸ਼ਬਦ ਮਹਾਰਾਜ ਨੇ ਉਚਾਰਨ ਕੀਤੇ। ਹੋਰ ਵੀ ਸਿੱਧ ਸੀ, ਪਰ ਉਹਨੇ ਕਬੂਲ ਕੀਤਾ ਭਰਤਰੀ ਨੇ, ਬਾਕੀਆਂ ਨੇ ਕਬੂਲ ਨਹੀਂ ਕੀਤਾ ਜਲਦੀ। ਭਰਤਰੀ ਨੇ ਕਬੂਲ ਕਰ ਲਿਆ ਕਿ ਹਾਂ ਮੈਂ ਸਾਰੀ ਉਮਰ ਬੜੀ ਸਾਧਨਾ ਕੀਤੀ, ਪਰ ਮੇਰਾ ਲਕਸ਼ ਹੀ ਗਲਤ ਹੈਗਾ ਸੀ, ਮੇਰੇ ਜੀਵਨ ਦਾ ਉਦੇਸ਼ ਹੀ ਗਲਤ ਹੈਗਾ ਸੀ। ਖੈਰ ਜਿਉਂ-ਜਿਉਂ
ਸਾਧਨਾ ਵਧਦੀ ਗਈ ਤਿਉਂ ਇਹ ਸਮਝ ਆਉਣਾ ਸ਼ੁਰੂ ਹੋਇਆ ਕਿ ਨਹੀਂ, ਜੀਵਨ ਨੂੰ ਲੰਬਾ ਕਰ ਲੈਣਾ ਇਹੀ ਸਾਧਨਾ ਨਹੀਂ ਹੈ, ਇਹੀ ਉਦੇਸ਼ ਨਹੀਂ ਹੈ। ਤੇਰਾ ਉਦੇਸ਼ ਕੀ ਹੈ? ਤੂੰ ਜਿੱਥੋਂ ਆਇਆ, ਤੂੰ ਆਤਮਾ ਹੈ ਤੇ ਪਰਮ ਆਤਮਾ ਤੋਂ ਆਇਆ। ਤੇਰਾ ਉਦੇਸ਼ ਕੀ ਹੈ? ਪਰਮ ਆਤਮਾ ਵਿੱਚ ਲੀਨ ਹੋ ਜਾਣਾ। ਇਹ ਤੇਰਾ ਉਦੇਸ਼ ਹੈ, ਇਹ ਤੇਰਾ ਲਕਸ਼ ਹੈ। ਹੁਣ ਹੌਲੀ ਹੌਲੀ ਸਮਾਂ ਵਧਿਆ, ਕਲਯੁਗ ਦਾ ਸਮਾਂ ਆਇਆ, ਅਧਰਮ ਦੀ ਬੇਇੰਤਹਾ ਹੋ ਗਈ, ਧਰਮ ਸਿਰਫ ਇੱਕ ਪੈਰ ਰਹਿ ਗਿਆ। ਤੇ ਜਿਹੜੇ ਪੁਰਾਣੇ ਸਾਧਨ ਵਰਤੇ ਜਾਂਦੇ ਸੀ ਜਾਂ ਜਿਹੜੀਆਂ ਪੁਰਾਣੀਆਂ ਜੁਗਤੀਆਂ ਵਰਤੀਆਂ ਜਾਂਦੀਆਂ ਸੀ ਇਹ ਲਕਸ਼ ਨੂੰ ਪ੍ਰਾਪਤ ਕਰਨ ਲਈ, ਉਹ ਇੱਥੇ ਕਰਦੇ ਕਰਦੇ ਫੇਲ ਹੁੰਦੀਆਂ ਗਈਆਂ। ਕਿਉਂ? ਦੋ ਮੁੱਖ ਕਾਰਨ ਸੀ ਉਹਨਾਂ ਦੇ ਕਿ ਪਹਿਲਾ, ਸਰੀਰ ਨੂੰ ਬਹੁਤ ਕਸ਼ਟ ਦੇਣਾ, ਧੂਣੇ ਤਪਾਣੇ, ਭੁੱਖੇ ਰਹਿਣਾ, ਤਰ੍ਹਾਂ ਤਰ੍ਹਾਂ ਦੇ ਕਸ਼ਟ ਦੇਣਾ। ਤੇ ਦੂਜਾ, ਮਹਾਰਾਜ ਕਹਿੰਦੇ ਹੈ ਕਿ ਹਰੇਕ ਦੀ ਬਿਰਤੀ ਜਿਹੜੀ ਹੈ, ਹਰੇਕ ਦੀ ਸੋਚਣੀ ਉਹ ਸਮਤਲ ਨਹੀਂ ਹੁੰਦੀ। ਮੇਰਾ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਕਿਸੇ ਦੀ ਵੀ ਸੋਚਣੀ ਸਮਤਲ ਨਹੀਂ ਹੁੰਦੀ। ਕੋਈ ਬਹੁਤ ਗਹਿਰਾ ਸੋਚਦਾ ਤੇ ਕੋਈ ਬਹੁਤ ਗਹਿਰਾ ਬਿਲਕੁਲ ਵੀ ਨਹੀਂ ਸੋਚਦਾ। ਪਰ ਜਦੋਂ ਕਲਯੁਗ ਦਾ ਸਮਾਂ ਸੀ, ਨਿਰੰਕਾਰ ਨੇ ਫਿਰ ਵੇਖਿਆ ਕਿ ਧਰਮ ਸਿਰਫ ਇੱਕ ਪੈਰ ਰਹਿ ਗਿਆ, ਤਾਂ ਸ਼ਬਦਾ ਅਵਤਾਰ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਇੱਥੇ ਮਹਾਰਾਜ ਨੇ ਪ੍ਰਗਟ ਹੋਏ। ਮਹਾਰਾਜ ਨੇ ਪਹਿਲਾ ਪ੍ਰਕਾਸ਼ ਧਾਰਿਆ। ਹੁਣ ਸ਼ਬਦਾ ਅਵਤਾਰ ਦੀ ਕੀ ਲੋੜ ਪਈ? ਮਹਾਰਾਜ ਕਹਿੰਦੇ ਹੈਗੇ ਬਈ ਵੇਖੋ, ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਉਹਨਾਂ ਨੇ ਫਿਰ ਵੀ ਮਨੁੱਖੀ ਜਾਮੇ ਧਾਰਨ ਕੀਤੇ ਤਾਂ ਕਿ ਸਾਨੂੰ ਸੋਝੀ ਹੋਵੇ। ਪਰੰਤੂ ਐ ਨਾ ਹੋਵੇ ਕਿ ਹੋਰ ਗੱਦੀਆਂ ਲਾਈ ਜਾਣ, ਹੋਰ ਅੱਗੇ ਅਡੰਬਰ ਬਣ ਜਾਵੇ। ਮਹਾਰਾਜ ਨੂੰ ਪਤਾ ਸੀ, ਮਹਾਰਾਜ ਨੇ ਆਪਣੀ ਜੋਤ ਇਸ ਦੇਹੀ ਚੋਂ ਕੱਢ ਕੇ ਸ਼ਬਦ 'ਚ ਸਮਾਤੀ ਕਿ ਹੁਣ ਤੁਹਾਡਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਲੇ ਹੀ ਇਹ ਇਕੱਲੀ ਗੱਲ ਨਹੀਂ ਹੋਈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਫ਼ ਕਹਿਤਾ ਸੀ ਕਿ ਸਾਡਾ ਗੁਰੂ ਜਿਹੜਾ ਹੈ ਨਾ ਉਹ ਸ਼ਬਦ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਮਹਾਰਾਜ ਨੇ ਸਾਨੂੰ ਗੁਰੂ ਦੇ ਦਿੱਤਾ। ਸਾਨੂੰ ਮਹਾਰਾਜ ਨੇ ਕਹਿਤਾ ਕਿ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਨੂੰ ਹੁਕਮ ਹੋ ਗਿਆ ਕਿ ਤੁਹਾਡੇ ਜਿਹੜੇ ਗੁਰੂ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਹੁਣ ਇੱਕ ਚੀਜ਼ ਵਿਚਾਰਨ ਵਾਲੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਕੋਈ ਗੀਤ ਸੰਗੀਤ ਨਹੀਂ, ਇਹ ਕੋਈ ਇਤਿਹਾਸ ਨਹੀਂ, ਇਹ ਕੋਈ ਫਜ਼ੂਲ ਦੀ ਗੱਲਾਂ ਨਹੀਂ, ਇਹ ਬ੍ਰਹਮ ਦੀ ਵਿਚਾਰ ਹੈ। ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਕਿਉਂ? ਕਿਉਂਕਿ ਧੁਰ ਕੀ ਬਾਣੀ ਹੈ, ਇਹ ਖਸਮ ਕੀ ਬਾਣੀ ਹੈ। ਇਹ ਸਾਨੂੰ ਜੁਗਤੀ ਦਿੰਦੀ ਹੈਗੀ ਆ। ਭਾਵੇਂ ਮਨੁੱਖ ਬਹੁਤ ਗਹਿਰਾ ਸੋਚਣ ਵਾਲਾ ਹੋਵੇ ਤੇ ਭਾਵੇਂ ਨਾ ਹੋਵੇ, ਇਹ ਉਸ ਨੂੰ ਜੁਗਤੀ ਦਿੰਦੀ ਹੀ ਦਿੰਦੀ ਹੈ ਕਿ ਤੂੰ ਆਪਣੇ ਲਕਸ਼ ਤੱਕ, ਆਪਣੇ ਜੀਵਨ ਉਦੇਸ਼ ਨੂੰ ਪਹੁੰਚ ਜਾ। ਹੁਣ ਜੁਗਤੀ ਵਿੱਚ ਜੇਕਰ ਗੱਲ ਕਰੀਏ ਤਾਂ ਸਭ ਤੋਂ ਸਰਲ ਜੁਗਤੀ, ਜਦੋਂ ਸਾਨੂੰ ਮਹਾਰਾਜ ਨੇ ਸਿੱਖ ਬਣਾਇਆ, ਸਾਨੂੰ ਮਹਾਰਾਜ ਨੇ ਜੁਗਤੀ ਦੇਤੀ ਕਿ ਤੂੰ ਸਿੱਖ ਕਿਵੇਂ ਬਣ, ਤੂੰ ਸਿੱਖ ਕਿਵੇਂ ਬਣੇ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰ ਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਤੂੰ ਸਿੱਖ ਬਣਨਾ ਚਾਹੁੰਦਾ, ਤੂੰ ਜਾਣਨਾ ਚਾਹੁੰਦਾ ਮੇਰੀ ਦਿਨਚਰਿਆ ਕੀ ਹੋਏ। ਮਹਾਰਾਜ ਕਹਿੰਦੇ ਲੈ ਤੈਨੂੰ ਜੁਗਤੀ ਦਿੰਦਿਆਂ, ਇਹ ਹੈ ਜੁਗਤੀ। ਜਦੋਂ ਤੂੰ ਇਹ ਜੁਗਤੀ ਦੇ ਅਪਣਾਉਣਾ ਸ਼ੁਰੂ ਕੀਤਾ, ਕਰਦੇ ਫਿਰ ਮਹਾਰਾਜ ਨੇ ਤੈਨੂੰ ਦੱਸਿਆ ਕਿ ਜਿਹੜੇ ਤੇਰੇ ਅੰਗ ਹੈਗੇ ਆ, ਜਿਵੇਂ ਤੇਰਾ ਨੱਕ ਹੈ, ਤੇਰੇ ਸ਼ਰਵਣ ਹੈ, ਤੇਰੀ ਰਸਨਾ ਹੈ,
ਤੂੰ ਇਹਦਾ ਕਿਵੇਂ ਸੁਚੱਜਾ ਯੂਜ਼ ਕਰਨਾ ਹੈਗਾ, ਕਿਵੇਂ ਇਹਨਾਂ ਨੂੰ ਸੁਚੱਜੇ ਢੰਗ ਨਾਲ ਇਸਤੇਮਾਲ ਕਰਨਾ ਹੈਗਾ, ਇਹ ਵੀ ਤੈਨੂੰ ਮਹਾਰਾਜ ਜੁਗਤੀ ਦਿੰਦੇ ਹੈਗੇ ਆ। ਇਹ ਨਾ ਹੋਵੇ ਤੂੰ ਜਿੰਨੀ ਭਗਤੀ ਕੀਤੀ ਹੋਵੇ, ਜਿੰਨਾ ਜਪ ਤਪ ਕੀਤਾ ਹੋਵੇ, ਉਹ ਸਾਰਾ ਵਿਅਰਥ ਚਲੇ ਜਾਵੇ। ਮਹਾਰਾਜ ਤੈਨੂੰ ਜੁਗਤੀਆਂ ਦਿੰਦੇ ਹੈਗਾ ਕਿ ਕਿਵੇਂ ਤੂੰ ਆਪਣੀ ਕਮਾਈ ਨੂੰ ਸਫਲਾ ਕਰ ਸਕਦਾ ਹੈਗਾ, ਅਤੇ ਸਫਲਾ ਦੇ ਨਾਲ ਨਾਲ ਤੂੰ ਹੋਰ ਇਹਨੂੰ ਕਿਵੇਂ ਵਧਾ ਸਕਦਾ ਹੈਗਾ। ਜਿਵੇਂ ਨੇਤਰਾਂ ਦੀ ਗੱਲ ਕਰੀਏ ਤਾਂ ਮਹਾਰਾਜ ਕਹਿੰਦੇ ਆ, ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਤੈਨੂੰ ਹੋਰ ਕੋਈ ਨਜ਼ਰ ਨਾ ਆਵੇ, ਤੈਨੂੰ ਇਹ ਨਜ਼ਰ ਨਾ ਆਵੇ ਕਿ ਫਲਾਣਾ ਬੰਦਾ ਮੇਰਾ ਦੋਸਤ ਹੈ, ਫਲਾਣਾ ਬੰਦਾ ਮੇਰਾ ਦੁਸ਼ਮਣ ਹੈ। ਨਹੀਂ, ਤੈਨੂੰ ਸਾਰਿਆਂ ਵਿੱਚ ਉਸ ਪਰਮਾਤਮਾ ਦੀ ਜੋਤ ਨਜ਼ਰ ਆਵੇ। ਜਿਵੇਂ ਭਾਈ ਕਨ੍ਹਈਆ ਜੀ ਨੂੰ ਆਈ ਸੀ, ਜਦੋਂ ਸਿੱਖਾਂ ਨੇ ਇੱਕ ਸ਼ਿਕਾਇਤ ਕੀਤੀ ਮਹਾਰਾਜ ਕੋਲ, ਤਾਂ ਮਹਾਰਾਜ ਨੇ ਜਦੋਂ ਪੁੱਛਿਆ, ਮਹਾਰਾਜ ਤੇ ਜਾਣੀ ਜਾਣ ਸੀ ਪਰ ਦੱਸਣ ਲਈ ਸਿੱਖਾਂ ਨੂੰ, ਮਹਾਰਾਜ ਨੇ ਪੁੱਛਿਆ ਭਾਈ ਕਨ੍ਹਈਆ ਜੀ ਦੱਸੋ ਤੁਹਾਡੀ ਸ਼ਿਕਾਇਤ ਆਈ ਹੈ, ਤੁਸੀਂ ਤੁਰਕਾਂ ਨੂੰ ਕਿਉਂ ਪਾਣੀ ਪਿਲਾਉਂਦੇ ਹੋ? ਤਾਂ ਉਹਨਾਂ ਨੇ ਕਿਹਾ ਕਿ ਮਹਾਰਾਜ ਜੀ ਮੈਨੂੰ ਤਾਂ ਕੋਈ ਨਾ ਤੁਰਕ ਨਜ਼ਰ ਆਉਂਦਾ, ਨਾ ਮੈਨੂੰ ਕੋਈ ਸਿੱਖ ਨਜ਼ਰ ਆਉਂਦਾ, ਮੈਨੂੰ ਤਾਂ ਹਰ ਜਗ੍ਹਾ ਤੁਸੀਂ ਹੀ ਨਜ਼ਰ ਆਉਂਦੇ ਹੈਗੇ ਹੋ। ਇਹ ਕੀ ਹੈ? ਹਰ ਬਿਨ ਅਵਰ ਨਾ ਦੇਖੋ ਕੋਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਤੂੰ ਇਸ ਤਰ੍ਹਾਂ ਦੀ ਨੇਤਰ ਦਾ ਇਸਤੇਮਾਲ ਕਰ। ਫਿਰ ਸ਼ਰਵਣਾ ਉੱਪਰ ਮਹਾਰਾਜ ਕੀ ਕਹਿੰਦੇ ਹੈਗੇ ਆ, ਇਹ ਸ਼ਰਵਣ ਹੋ ਮੇਰੇ ਹੋ ਸਾਚਾ ਸੁਣੈ ਨੋ ਪਠਾਏ। ਤੂੰ ਸੱਚ ਨੂੰ ਸੁਣਨ ਆਇਆ ਹੈਗਾ, ਤੂੰ ਜਿਹੜਾ ਸਤ ਸਰੂਪ ਪਰਮਾਤਮਾ ਹੈਗਾ ਤੂੰ ਉਸ ਨੂੰ ਸੁਣਨ ਆਇਆ ਹੈਗਾ। ਮਹਾਰਾਜ ਤੈਨੂੰ ਚੇਤਾਵਨੀ ਦਿੰਦੇ ਆ, ਤੈਨੂੰ ਜੁਗਤੀ ਦਿੰਦੇ ਆ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜਿਵੇਂ ਅੱਜ ਦਾ ਜੋ ਸਮਾਂ ਹੈ, ਕਲਯੁਗ ਦਾ ਪਹਿਰਾ ਹੈ, ਅਤੇ ਅੱਜ ਦੀ ਡੇਟ ਵਿੱਚ ਅਸੀਂ ਵੇਖਦੇ ਹਾਂ ਸਾਨੂੰ ਗਾਣੇ ਸੁਣਨੇ ਪਸੰਦ ਹੈਗੇ ਆ, ਸਾਨੂੰ ਗੁਰੂ ਕੀ ਬਾਣੀ ਸੁਣਨੀ ਪਸੰਦ ਨਹੀਂ ਹੈ। ਅਸੀਂ ਰਾਤ ਰਾਤ ਪਰ ਵਿਆਹ ਸ਼ਾਦੀਆਂ ਅਟੈਂਡ ਕਰ ਲਵਾਂਗੇ, ਜਿੱਥੇ ਗੰਦੇ ਗੀਤ ਵੱਜਣਗੇ ਅਸੀਂ ਝੂਮਾਂਗੇ ਵੀ ਉਹਨਾਂ ਉੱਪਰ, ਪਰ ਜੇਕਰ ਕੀਰਤਨੀਆ 5 ਮਿੰਟ ਵੱਧ ਵੀ ਲੈ ਜਾਵੇ ਤਾਂ ਉਸ ਨੂੰ ਪੈਣਾ ਸ਼ੁਰੂ ਹੋ ਜਾਂਦੇ ਆ, ਬਈ ਤੂੰ ਵੱਧ ਕਿਉਂ ਲੈ ਕੇ ਗਿਆ ਸਮਾਂ। ਕਿਉਂ? ਕਿਉਂਕਿ ਅਸੀਂ ਕੀਰਤਨ ਨੂੰ ਸੁਣ ਨਹੀਂ ਰਹੇ, ਅਸੀਂ ਸਤ ਸਰੂਪ ਪਰਮਾਤਮਾ ਨੂੰ ਸੁਣ ਨਹੀਂ ਰਹੇ। ਸਾਨੂੰ ਝੂਠੇ ਗੀਤ ਪਸੰਦ ਹੈਗਾ, ਜਿਹਦੇ ਵਿੱਚ ਕੀ ਹੈ? ਨਿੰਦਿਆ, ਚੁਗਲੀ ਹੈ, ਜਿਹਦੇ ਵਿੱਚ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈਗੀ ਆ, ਜਿਹਦੇ ਵਿੱਚ ਲੋਕਾਂ ਨੂੰ ਗਲਤ ਨਿਗਾਹਾਂ ਨਾਲ ਵੇਖਿਆ ਜਾਂਦਾ ਹੈਗਾ, ਪਰ ਅਸੀਂ ਉਹ ਸੁਣਨ ਤੋਂ ਗੁਰੇਜ਼ ਹੀ ਨਹੀਂ ਕਰਦੇ, ਅਸੀਂ ਉਹ ਸੁਣਨ ਤੋਂ ਪਰਹੇਜ਼ ਹੀ ਨਹੀਂ ਕਰਦੇ। ਤਾਈਓ ਮਹਾਰਾਜ ਸਾਨੂੰ ਕਹਿੰਦੇ ਹੈਗਾ, ਇਹ ਸ਼ਰਵਣੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ। ਸਾਨੂੰ ਰੋਜ਼ ਮਹਾਰਾਜ ਆਨੰਦ ਸਾਹਿਬ ਦੀ ਬਾਣੀ 'ਚ ਚੇਤਾ ਕਰਾਉਂਦੇ ਹੈਗੇ ਆ। ਫਿਰ ਤੇਰੇ ਰਸਨਾ ਦੀ ਗੱਲ ਆਉਂਦੀ ਹੈਗੀ ਆ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚ ਹਰ ਰਸ ਪੱਲੇ ਨਾ ਪਾਏ। ਸਾਡੀ ਖੁਆਇਸ਼ ਹੁੰਦੀ ਨਾ, ਮੈਂ ਇਹ ਖਾ ਲਵਾਂ, ਮੈਂ ਇਹ ਖਾ ਲਵਾਂ, ਮੈਂ ਵਧੀਆ ਤੋਂ ਵਧੀਆ ਪਦਾਰਥ ਛਕਾਂ, ਪਰ ਤ੍ਰਿਪਤੀ ਫੇਰ ਵੀ ਨਹੀਂ ਹੁੰਦੀ, ਰਸ ਫੇਰ ਵੀ ਨਹੀਂ ਆਉਂਦਾ ਹੈਗਾ। ਮਹਾਰਾਜ ਕਹਿੰਦੇ ਵੇ ਹੈਗਾ, ਤੈਨੂੰ ਚੇਤਾਵਨੀ ਦਿੰਦੇ ਆ, ਤੈਨੂੰ ਜੁਗਤੀ ਦਿੰਦੇ ਹੈਗੇ ਮਹਾਰਾਜ ਕਿ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਮਨ ਮੇਰੇ ਹਰ ਰਸ ਚਾਖ ਤਿਖ ਜਾਏ, ਤੇਰੀ ਤ੍ਰਿਖਾ ਕਿੱਥੋਂ ਦੂਰ ਹੋਵੇ? ਜਦ ਤੱਕ ਤੂੰ ਸਿਮਰਨ ਨਹੀਂ ਕਰਦਾ ਹੈਗਾ, ਜਦ ਤੱਕ ਤੂੰ ਬੰਦਗੀ ਨਹੀਂ ਕਰਦਾ ਹੈਗਾ, ਜਦੋਂ ਤੂੰ ਨਾਮ ਸਿਮਰਨ ਦਾ ਰਸ ਨੂੰ ਚੱਖ ਨਹੀਂ ਲੈਂਦਾ ਹੈਗਾ, ਇਹ ਤੇਰੇ ਰਸਨਾ ਤੇ ਵਸਦਾ ਨਹੀਂ, ਤਦ ਤੱਕ ਤੈਨੂੰ ਤ੍ਰਿਪਤੀ ਵੀ ਕੋਈ ਨਹੀਂ। ਹੁਣ ਹੋਰ ਗਹਿਰਾ ਜਾਣਾ ਸ਼ੁਰੂ ਕਰੀਏ, ਹੋਰ ਗਹਿਰੇ ਤਲ ਤੇ ਜਾਈਏ। ਜਿਉਂ-ਜਿਉਂ ਵੇਖੋ ਮਨ ਦੇ ਗਹਿਰੇ ਤਲ ਤੇ ਜਿੰਨੇ ਵੀ ਖੋਜ ਕੀਤੀ, ਉਹਦੇ ਅੰਦਰ ਨਾ ਕਵੀ ਦੀ, ਸੰਗੀਤ ਦੀ ਇਹ ਰਚਨਾ ਆਟੋਮੈਟਿਕਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਖਾਸ ਕਰ ਜਿਤਨੇ ਵੀ ਕਵੀ ਹੈਗੇ ਆ, ਇਹ ਬਹੁਤ ਗਹਿਰੇ ਤਲ ਤੇ ਸੋਚਦੇ ਹੈਗੇ ਆ, ਕਿਉਂਕਿ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਸੰਪੂਰਨ ਤੌਰ ਤੇ ਵਿਅਕਤ ਕਰਨਾ ਤੇ ਇੱਕ ਛੋਟੇ ਜਿਹੇ ਵਾਕ ਵਿੱਚ ਉਹ ਸਾਰੀਆਂ ਭਾਵਨਾਵਾਂ ਦੱਸ ਦੇਣੀਆਂ, ਇਹ ਸੌਖੀ ਗੱਲ ਨਹੀਂ ਹੈਗੀ।
ਇਹ ਕਵੀਆਂ ਕੋਲ ਮਹਾਰਾਜ ਨੇ ਹੁਨਰ ਬਖਸ਼ਿਆ। ਕਿਵੇਂ ਆਇਆ ਇਹ ਹੁਨਰ? ਜਦੋਂ ਮਨ ਦੇ ਗਹਿਰੇ ਤਲ 'ਤੇ ਖੋਜ ਕੀਤੀ। ਪਰੰਤੂ ਇਹ ਵੀ ਇੱਕ ਵੇਖਣ 'ਚ ਆਉਂਦਾ ਹੈਗਾ ਕਿ ਜਿੰਨੇ ਇਹ ਕਵੀ ਹੈ ਜ਼ਿਆਦਾਤਰ ਇਹਨਾਂ 'ਚੋਂ ਕੋਈ ਖੁਦਕੁਸ਼ੀ ਕਰ ਲੈਂਦਾ, ਕਈ ਨਸ਼ਿਆਂ ਵਿੱਚ ਲੱਗ ਜਾਂਦੇ ਹੈਗੇ। ਕਿਉਂ? ਕਿਉਂਕਿ ਜਦੋਂ ਗਹਿਰਾ ਜਾਣਾ ਸ਼ੁਰੂ ਕਰੋਗੇ ਤਾਂ ਮਹਾਰਾਜ ਕਹਿੰਦੇ ਆ ਨਾ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਸਾਰੇ ਪਾਸੇ ਹੀ ਦੁੱਖ ਹੀ ਦੁੱਖ ਹੈ। ਉਸ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ, ਉਸ ਨੂੰ ਇਹ ਪ੍ਰਤੀਤ ਹੋਣਾ ਸ਼ੁਰੂ ਹੋ ਜਾਂਦਾ ਕਿ ਦੁੱਖ ਹੈ, ਦੁੱਖ ਹੈ, ਦਰਦ ਹੁੰਦਾ ਹੈਗਾ ਉਸ ਨੂੰ, ਪਰ ਉਹ ਸਮਾਧਾਨ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ ਹੈਗਾ। ਇਹ ਨਸ਼ੇ ਜਿਹੜੇ ਹੈਗੇ ਆ, ਮਹਾਰਾਜ ਕਹਿੰਦੇ ਹੈਗੇ ਤੈਨੂੰ ਬੇਹੋਸ਼ੀ ਵਿੱਚ ਲੈ ਜਾਂਦੇ ਹੈਗੇ ਆ। ਠੀਕ ਹੈ, 2-4 ਘੰਟੇ ਲਈ ਤੈਨੂੰ ਨਸ਼ਾ ਰਿਹਾ, ਤੈਨੂੰ ਸੁਰਤ ਨਾ ਰਹੀ, ਤੂੰ ਭੁੱਲ ਗਿਆ ਦਰਦ ਨੂੰ, ਪਰ ਜਦੋਂ ਨਸ਼ਾ ਟੁੱਟਾ ਤਾਂ ਫਿਰ ਉਹ ਦਰਦ ਚੇਤੇ ਆਉਂਦਾ ਹੈਗਾ। ਇਹੀ ਕਾਰਨ ਹੈ ਕਿ ਕਵੀ ਲੋਕ ਜਿਹੜੇ ਹੈਗੇ ਆ ਜ਼ਿਆਦਾਤਰ, ਸਾਰੇ ਨਹੀਂ ਪਰ ਜ਼ਿਆਦਾਤਰ ਖੁਦਕੁਸ਼ੀ ਕਰਦੇ ਹੈਗੇ ਆ, ਕਿਉਂਕਿ ਪੀੜਾ ਨਹੀਂ ਸਹੀ ਜਾਂਦੀ ਹੈਗੀ, ਉਹ ਦਰਦ ਨਹੀਂ ਸਹਿਆ ਜਾਂਦਾ ਹੈਗਾ, ਉਹ ਵੈਰਾਗ ਸਹਿਆ ਨਹੀਂ ਜਾਂਦਾ ਹੈਗਾ। ਹੁਣ ਮਹਾਰਾਜ ਤੈਨੂੰ ਚੇਤਾਵਨੀ ਦਿੰਦੇ ਹੈਗੇ ਭਾਈ ਤੂੰ ਨਸ਼ਿਆਂ ਦਾ ਨਾ ਇਸਤੇਮਾਲ ਕਰ। ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਜਾਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਕਿਉਂਕਿ ਤੂੰ ਤੇ ਬੇਹੋਸ਼ ਹੋ ਜਾਂਦਾ ਹੈਗਾ, ਤੈਨੂੰ ਕਿੱਥੋਂ ਪਤਾ ਚੱਲੇਗਾ ਕਿ ਇਹ ਆਪਣਾ ਹੈ ਤੇ ਕਿ ਪਰਾਇਆ। ਤੂੰ ਕਿਹੜਾ ਰਸ ਲੈ, ਕਿਹੜੀ ਦਵਾਈ ਲੈ ਕਿ ਜਿਹਦੇ ਨਾਲ ਤੇਰੇ ਦੁੱਖ ਹੈਗੇ ਆ ਉਹ ਤੈਨੂੰ ਬਹੁਤੇ ਭਾਸਣ ਨਾ, ਕਿਉਂਕਿ ਦੁੱਖ ਸੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਇੱਕ ਸਿੱਕੇ ਦੇ ਦੋ ਪਹਿਲੂ ਹੈਗੇ ਆ ਤੇ ਫੈਕਟ ਹੈਗਾ, ਕਿਉਂਕਿ ਦੁੱਖ ਜਿਹੜਾ ਹੈਗਾ, ਦੁੱਖ ਵਿੱਚੋਂ ਹੀ ਸੁੱਖ ਉਤਪੰਨ ਹੁੰਦਾ ਹੈਗਾ। ਦੁੱਖ ਦਾਰੂ ਹੈ, ਜੇ ਦੁੱਖ ਨਾ ਹੋਏ ਤਾਂ ਪ੍ਰਮਾਤਮਾ ਵੀ ਜਲਦੀ ਚੇਤੇ ਨਹੀਂ ਆਉਂਦਾ ਹੈਗਾ। ਦੁੱਖ ਵਿੱਚ ਹੀ ਸਭ ਤੋਂ ਪਹਿਲੇ ਸਾਨੂੰ ਪ੍ਰਮਾਤਮਾ ਚੇਤੇ ਆਉਂਦਾ ਹੈਗਾ। ਖੈਰ ਮਹਾਰਾਜ ਕਹਿੰਦੇ ਹੈਗੇ ਆ ਕਿ ਬਈ ਤੈਨੂੰ ਜੇ ਦੁੱਖ ਹੈਗਾ ਤੂੰ ਬੇਹੋਸ਼ ਨਾ ਹੋ, ਬਲਕਿ ਜਿਹੜਾ ਤੇਰੇ ਕੋਲ ਇਹ ਹੁਨਰ ਹੈ ਕਵਿਤਾ ਦਾ, ਇਹਨੂੰ ਤੂੰ ਸੁਚੱਜੇ ਢੰਗ ਤੇ ਲਾ। ਇਹਦੇ ਨਾਲ ਤੂੰ ਪ੍ਰਮਾਤਮਾ ਦੀ ਸਿਫਤ ਸਲਾਹ ਕਰ, ਤੂੰ ਹੋਰ ਗਹਿਰੇ ਤਲ ਤੇ ਜਾ। ਤੇ ਕਿਵੇਂ ਜਾ? ਹਰ ਰਸ ਪੀਵੈ ਅਲਮਸਤ ਮਤਵਾਰਾ, ਆਨ ਰਸਾ ਸਭ ਹੋ ਛੇਰੇ। ਝੂਠਾ ਰਸ ਨਾ ਲੈ, ਹਰ ਰਸ ਲੈ। ਜਦੋਂ ਤੇਰੇ ਜ਼ੁਬਾਨ ਤੇ ਲੱਗ ਗਿਆ ਹਰ ਰਸ, ਫਿਰ ਤੂੰ ਕਹੇਗਾ ਆਨ ਰਸਾ ਸਭ ਹੋ ਛੇਰੇ। ਸੋ ਮਹਾਰਾਜ ਤੈਨੂੰ ਹਰ ਵੇਲੇ ਹਰ ਵਕਤ ਤੈਨੂੰ ਜੁਗਤੀ ਦਿੰਦੇ ਹੈਗੇ ਆ। ਹੋਰ ਤੇ ਹੋਰ ਜਿਹੜਾ ਪਹਿਲਾ ਸਮਾਂ ਸੀ ਸਮਝਿਆ ਜਾਂਦਾ ਹੈਗਾ ਸੀ ਜੇਕਰ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤਾਂ ਘਰ ਬਾਹਰ ਛੱਡਣਾ ਪਏਗਾ, ਸੰਸਾਰ ਤਿਆਗਣਾ ਪਏਗਾ, ਭਿੱਖਿਆ ਮੰਗਣੀ ਪਏਗੀ। ਪਰ ਮਹਾਰਾਜ ਨੇ ਕਿਹਾ ਨਹੀਂ, ਜੇਕਰ ਸਾਰਾ ਸੰਸਾਰ ਹੀ ਭਿੱਖਿਆ ਮੰਗਣ ਲੱਗ ਪਵੇ ਤਾਂ ਭਿੱਖਿਆ ਦੇਗਾ ਕੌਣ? ਮਹਾਰਾਜ ਕਹਿੰਦੇ ਗ੍ਰਸਤ ਮੈਂ ਸੋਈ ਨਿਰਬਾਨ, ਪਰ ਉਹ ਕਿਵੇਂ? ਅਨ ਦਿਨ ਕੀਰਤਨ ਕੇਵਲ ਬਖਿਆਨ। ਤੇਰਾ ਗ੍ਰਸਤ ਵਿੱਚ ਹੀ ਤੂੰ ਪਰਮਾਤਮਾ ਨੂੰ ਮਿਲ ਸਕਦਾ ਹੈਗਾ, ਤੂੰ ਗ੍ਰਸਤ ਵਿੱਚ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈਗਾ। ਕਿਵੇਂ? ਅਨ ਦਿਨ ਕੀਰਤਨ ਕੇਵਲ ਬਖਿਆਨ। ਹੁਣ ਹੋਰ ਦੇਖੀਏ, ਸਾਨੂੰ ਪਰਿਵਾਰ ਵਿੱਚ ਰਹਿੰਦਿਆਂ ਮੋਹ ਆਉਂਦਾ ਹੈਗਾ, ਹੰਕਾਰ ਆਉਂਦਾ ਹੈਗਾ। ਮਹਾਰਾਜ ਸਾਨੂੰ ਫੇਰ ਸਮਝਾਉਂਦੇ ਹੈਗੇ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ। ਮੋਹ ਤੋਂ ਬਚਣਾ ਇਹ ਲੈ ਜੁਗਤੀ, ਤੂੰ ਪਰਮਾਤਮਾ ਦੇ ਨਾਮ ਨਾਲ ਜੁੜ, ਤੂੰ ਪਰਮਾਤਮਾ ਦੇ ਨਾਮ ਸਿਮਰ, ਤਾਂ ਹੀ ਮੋਹ ਨਿਕਲੇਗਾ। ਤੇ ਮੇਰੇ ਵਰਗੇ ਲਈ ਕਿਤਾਬਾਂ ਪੜ੍ਹ ਲੀਆਂ, ਗ੍ਰੰਥ ਪੜ੍ਹ ਲਵੇ, ਪਰ ਕੀ ਫਾਇਦਾ ਐਸੇ ਗ੍ਰੰਥਾਂ ਦਾ ਜੇਕਰ ਘੋਟਾ ਮਾਰ ਲਿਆ। ਤਾਂ ਮਹਾਰਾਜ ਕਹਿੰਦੇ ਆ ਪੜਿਆ ਮੂਰਖ ਆਖੀਏ, ਜਿਤ ਲਭ ਲੋਭ ਹੰਕਾਰਾ। ਜੇਕਰ ਤੈਨੂੰ ਗੁਣਾਂ ਦਾ ਹੀ ਹੰਕਾਰ ਹੋਣਾ ਸ਼ੁਰੂ ਹੋ ਜਾਵੇ, ਐਸੇ ਗੁਣ ਧਾਰਨ ਕਰਨ ਦਾ ਕੀ ਫਾਇਦਾ ਹੋਇਆ? ਸੋ ਮਹਾਰਾਜ ਤੈਨੂੰ ਬਾਰ-ਬਾਰ ਸਾਵਧਾਨੀ ਤੈਨੂੰ ਵਰਤਦੇ ਹੈਗੇ, ਤੈਨੂੰ ਜੁਗਤੀਆਂ ਦਿੰਦੇ ਹੈਗੇ, ਤੈਨੂੰ ਸਮੱਤ ਦਿੰਦੇ ਹੈਗੇ ਕਿ ਬਈ ਤੂੰ ਐਵੇਂ ਚੱਲ, ਤੂੰ ਐਵੇਂ ਚੱਲ, ਤੂੰ ਇਹ ਗਲਤੀਆਂ ਨਾ ਕਰ। ਹੁਣ ਇੱਕ ਚੀਜ਼ ਹੋਰ, ਇੱਕ ਛੋਟਾ ਜਿਹਾ ਨੁਕਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨ ਬਾਣੀ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕਨ, ਇਹ ਸਾਰੀ ਹੀ ਸਾਰੀ ਜੀਵਨ ਜੁਗਤੀ ਹੈ, ਜੀਵਨ ਦੀ ਜਾਚ ਸਿਖਾਉਂਦੀ ਹੈ, ਕਿਉਂਕਿ ਇਹ ਬ੍ਰਹਮ ਦੀ ਵਿਚਾਰ ਹੈ, ਇਹ ਬ੍ਰਹਮ ਨਾਲ ਗੱਲ ਕਰਾਉਂਦੀ ਹੈ, ਇਹ ਤੈਨੂੰ ਬ੍ਰਹਮ ਵਿੱਚ ਅਭੇਦ ਕਰਦੀ ਹੈਗੀ ਆ।
ਤੁਸੀਂ ਕੋਈ ਵੀ ਸ਼ਬਦ ਲੈ ਲਵੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਉਹੀ ਤੁਹਾਨੂੰ ਜੀਵਨ ਜੁਗਤ ਦੇਣ ਦੇ ਸਮਰੱਥ ਹੈਗਾ। ਉਹਦੇ ਤੇ ਭਾਵੇਂ ਜਨਮ ਜਨਮ ਬੀਤ ਜਾਣ, ਉਹ ਸ਼ਬਦ ਦੀ ਵਿਆਖਿਆ ਨਹੀਂ ਸੰਪੂਰਨ ਹੋ ਸਕੇਗੀ। ਉਹ ਸ਼ਬਦ 'ਚੋਂ ਜੀਵਨ ਜੁਗਤ ਨਹੀਂ ਸੰਪੂਰਨ ਹੋ ਸਕੇਗੀ। ਕਿਉਂ? ਕਿਉਂਕਿ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ। ਮਹਾਰਾਜ ਕਹਿ ਰਹੇ ਸੀ ਨਾ, ਤੂੰ ਹਰ ਰਸ ਲੈ। ਕਿਉਂ ਹਰ ਰਸ ਲੈ? ਦੁਨੀਆ ਦੇ ਬਾਕੀ ਰਸ ਜਿਹੜੇ ਹੈਗੇ ਛਿਨ ਛਿਨ ਕਰਕੇ ਘਟਦੇ ਆ। ਪਰਮਾਤਮਾ ਦੇ ਨਾਮ ਦਾ ਰਸ ਕਦੀ ਘਟਦਾ ਨਹੀਂ, ਬਲਕਿ ਵੱਧਦਾ। ਦਿਨ ਦਿਨ ਚੜਾ ਸਵਾਇਆ ਨਾਨਕ ਹੋਤ ਨਾ ਘਾਟ। ਕਿਉਂ ਵੱਧਦਾ? ਕਿਉਂਕਿ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ। ਪਰਮਾਤਮਾ ਇੱਕ ਛਿਨ ਛਿਨ ਵਿੱਚ ਨਵਾਂ ਹੈ, ਨਿਤ ਨਵਾਂ ਨਿਰੋਆ, ਉਹਦਾ ਨਵਾਂ ਰੂਪ ਹੈ। ਸੋ ਜੇਕਰ ਕੋਈ ਚੀਜ਼ ਬਾਰ-ਬਾਰ ਰਿਪੀਟ ਕਰੀਏ, ਉਹਦਾ ਰਸ ਘਟਦਾ। ਕਿਉਂ? ਕਿਉਂਕਿ ਉਹ ਪੁਰਾਣੀ ਹੁੰਦੀ ਜਾਂਦੀ ਹੈ। ਪਰ ਜੇਕਰ ਛਿਨ ਛਿਨ ਵਿੱਚ ਉਹ ਚੀਜ਼ ਨਵੀਂ ਹੁੰਦੀ ਜਾਏ ਤਾਂ ਉਹਦਾ ਰਸ ਹੋਰ ਹੁੰਦਾ, ਉਹਦਾ ਰਸ ਹੋਰ ਵੱਧਦਾ ਹੈਗਾ, ਹੋਰ ਵੱਧਦਾ ਹੈਗਾ। ਤਾਈਓ ਉਹ ਕਹਿੰਦੇ ਹੈਗੇ ਕਿ ਹਰ ਰਸ ਪੀਵੈ ਅਲਮਸਤ ਮਤਵਾਰਾ, ਆਨ ਰਸਾ ਸਭ ਹੋਛੈ ਰੇ। ਇਹੀ ਕਾਰਨ ਹੈ ਕਿ ਜਿਹੜੇ ਭਗਤ ਜਨ ਹੈਗੇ ਆ, ਉਹ ਇਹੀ ਦਾਨ ਮੰਗਦੇ ਹੈਗੇ ਆ, ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ। ਉਹ ਇਹੀ ਮੰਗ ਮੰਗਦੇ ਹੈਗੇ ਆ, ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਕਿਉਂਕਿ ਇਹ ਰਸ ਹੀ ਐਸਾ ਹੈਗਾ ਕਿ ਜਿਹੜਾ ਤੈਨੂੰ ਕਰਦੇ 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 ਤੇਰੀ ਇੱਕ ਦਿਨ ਐਸੀ ਅਵਸਥਾ ਆਏਗੀ, ਤੂੰ ਵੀ ਕਹਿ ਦੇਗਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਉਂ ਜਿਉਂ ਤੂੰ ਇਹ ਜੀਵਨ ਯੁੱਗ ਦੀਆਂ ਅਪਣਾਏਗਾ, ਜਿਉਂ ਜਿਉਂ ਇਹਨਾਂ ਜੀਵਨ ਯੁੱਗ ਦੀਆਂ 'ਤੇ ਚੱਲੇਗਾ, ਤੈਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਕਿ ਸਾਰਾ ਪਸਾਰਾ ਇੱਕ ਹੀ ਹੈ। ਏਕਮ ਏਕੰਕਾਰ ਨਿਰਾਲਾ ਹੀ ਹੈ, ਸਾਰੇ ਪਾਸੇ ਇੱਕ ਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਤੈਨੂੰ ਇਹ ਪ੍ਰਤੀਤ ਹੋਣਾ ਸ਼ੁਰੂ ਹੋ ਜਾਏਗਾ। ਤੂੰ ਵੀ ਕਹਿ ਸਕੇਗਾ ਕਿ ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ। ਕਿਉਂਕਿ ਤੂੰ ਅਭੇਦ ਹੋ ਜਾਏਗਾ। ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਏ। ਤੈਨੂੰ ਵੀ ਅਭੇਦਤਾ ਮਿਲ ਜਾਏਗੀ। ਤੂੰ ਵੀ ਜਿਹੜਾ ਜੀਵਨ ਲਕਸ਼ ਹੈ ਉਸ ਨੂੰ ਪ੍ਰਾਪਤ ਕਰ ਲਵੇਂਗਾ। ਸੋ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੀਏ, ਸਹਿਜ ਪਾਠ ਕਰੀਏ, ਵੱਧ ਤੋਂ ਵੱਧ ਬਾਣੀ ਨੂੰ ਵਿਚਾਰੀਏ, ਖੋਜੀਏ ਤੇ ਅਪਣਾਈਏ, ਤਾਂ ਕਿ ਇਹ ਜੀਵਨ ਜੁਗਤੀ ਮਹਾਰਾਜ ਜਿਹੜੇ ਤੈਨੂੰ ਦੇ ਰਹੇ ਆ, ਤੂੰ ਇਹਦੇ ਤੇ ਚੱਲ ਸਕੇ, ਤਾਂ ਕਿ ਤੇਰਾ ਇੱਕ ਜੀਵਨ ਲਕਸ਼ ਤੇਰਾ ਸੰਪੂਰਨ ਹੋ ਸਕੇ ਤੇ ਨਾਲ ਦੇ ਨਾਲ ਤੇਰੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਸੋ ਇਤਨੀ ਸੇਵਾ ਪ੍ਰਵਾਨ ਕਰਨੀ। ਜਿੱਥੇ ਇਹ ਅਰਦਾਸ ਆਪਣੇ ਵਾਸਤੇ ਕਰਨੀ, ਉੱਥੇ ਇਹ ਅਰਦਾਸ ਦਾਸਰੇ ਵਾਸਤੇ ਵੀ ਕਰਨੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ